ਇਹ ਵੀਰ ਅਬਦੁਰ ਰਹਿਮਾਨ ਹਰੂਨਾਬਾਦ ਤੋਂ ਮੇਰੇ ਕੋਲ ਆਇਆ। ਅੱਖਾਂ ਤੋਂ ਨਬੀਨਾ ਮੇਰਾ ਫੈਨ ਆ, ਕੱਲੀ ਮੇਰੀ ਵੀਡੀਓ ਸੁਣਦਾ ਆ। ਰਾਤ ਨੂੰ ਇਸ਼ਾ ਦੀ ਨਮਾਜ਼ ਤੋਂ ਬਾਅਦ ਕਹਿੰਦਾ ਮੇਰੇ ਦੋਸਤ ਆ ਕੇ ਮੇਰੇ ਕੋਲ ਬਹਿ ਜਾਂਦੇ ਆ, ਉਹਨਾਂ ਨੂੰ ਮੈਂ ਕਹਿਣਾ ਵੀ ਸਾਮਾ ਬਾਈ ਦੀ ਵੀਡੀਓ ਮੈਨੂੰ ਸੁਣਾ ਦਿਓ ਅੱਜ ਵਾਲੀ ਜਿਹੜੀ ਨਵੀਂ ਪਾਈ ਆ। ਮੇਰਾ ਦਿਲ ਖੁਦਾ ਦੀ ਕਸਮੇ ਬਾਗ ਹੋ ਗਿਆ ਇਹ ਗੱਲ ਸੁਣ ਕੇ। ਹੁਣ ਬਾਈ ਨੂੰ ਥੋੜੀ ਜੀ ਪਰੇਸ਼ਾਨੀ, ਥੋੜੀ ਜੀ ਨਹੀਂ ਬਾਹਲੀ ਜ਼ਿਆਦਾ ਪਰੇਸ਼ਾਨੀ ਆਪਣੀ ਜ਼ਿੰਦਗੀ 'ਚ ਉਹਦੇ ਬਹੁਤ ਜ਼ਿਆਦਾ ਕਹਿ ਲਓ ਕਿ ਮਾਮਲਾਤ ਰੁਕੇ ਹੋਏ ਆ। अस्सलामु अलैकुम भाई जी, की हाल चाल आ भाई। अज मेरे कोल एक मेरा ऐसा फैन बैठा वा जिन्ना थोनू मुलाकात कराउण लगा। अखां तो नबीना फैन आ मेरा, कल्ली मेरी आवाज़ दा फैन आ भाई। मेरिया वीडियो सुन के मतलब कि खुश हो जाता। अपना कोल्ड स्टोर बनता पिया, उत्थे बैठे आ ते वो बज्जर दा ट्रक आया सी, वो लवाया ते भाई अब्दुल रहमान हुणां नूं मैं सद्दिया हरूनाबाद तो। ये आ भाई अब्दुल रहमान, अस्सलाम वालेकुम जी। अल्लाह दी रहमत अब्दुल रहमान भाई। ते एक इन्हां दा की नाम है जेहड़े तुहाडे नाल? अब्दुल खालक साहब। तुसी अब्दुल रहमान भाई दे की लगदे जी? दोस्त है बाबू जी। ते ਇਹ ਨੇ ਮੇਰੇ ਤਾਇਆ ਜੀ। ਇਹ ਅਬਦੁਲ ਰਹਿਮਾਨ ਭਾਈ ਹਰੂਨਾਬਾਦ ਤੋਂ ਆਇਆ ਤੇ ਇਹ ਇਹਨਾਂ ਦੇ ਦੋਸਤ ਆ ਜਿਹੜੇ ਇਹਨਾਂ ਨੂੰ ਲੈ ਕੇ ਆਏ ਆ। ਲੈ ਕੇ ਇਸ ਲਈ ਆਇਆ ਵੀ ਅਬਦੁਲ ਰਹਿਮਾਨ ਭਾਈ ਅੱਖਾਂ ਤੋਂ ਨਬੀਨੇ ਆ। ਅੱਖਾਂ ਇਹਨਾਂ ਦੀ ਰੋਸ਼ਨੀ, ਪਹਿਲਾਂ ਅੱਖਾਂ ਇਹਨਾਂ ਦੀਆਂ ਠੀਕ ਸੀ, ਕੋਈ ਮਸਲਾ ਬਣਿਆ ਜਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ। ਅਬਦੁਲ ਰਹਿਮਾਨ ਪਹਿਲਾਂ ਆਪਣਾ ਤਾਰਫ ਕਰਾ ਵੀਰੇ, ਜਿੱਥੋਂ ਤੂੰ ਹੈਗਾ, ਜੋ ਤੇਰੀ ਸਟੋਰੀ ਆ ਸਾਰੀ ਬਿਆਨ ਕਰ। ਇਹ ਮੇਰੀ ਹੈਗੀ ਸੋਸ਼ਲ ਮੀਡੀਆ ਦੀ ਫੈਮਿਲੀ, ਮੈਂ ਵੀਡੀਓ ਬਣਾਉਣਾ ਪਿਆ ਮੋਬਾਈਲ ਤੇ, ਮੈਂ ਤੈਨੂੰ ਪਹਿਲਾਂ ਗਾਹ ਕਰ ਦੇਵਾਂ ਤੇ ਸਾਰਿਆਂ ਨੂੰ ਆਪਣਾ ਤਾਰਫ ਕਰਾ ਦੇ। ਫਿਰ ਤੇਰਾ ਮੇਰੇ ਨਾਲ ਆਪਣਾ ਇੱਕ ਤਲਕ ਬਣ ਗਿਆ ਤੇ ਉਸ ਤੋਂ ਬਾਅਦ ਜੋ ਵੀ ਹੋਊਗਾ ਲੋਕੀ ਦੇਖਦੇ ਰਹਿਣਗੇ। ਪਹਿਲਾਂ ਤੇਰਾ ਤਾਰਫ ਜ਼ਰੂਰੀ ਆ। ਹਾਂਜੀ ਮੈਂ ਜੀ ਬਸ ਪਹਿਲੇ ਤੇ ਮੇਰੇ ਆਪਣਾ ਨਾਮ ਤੁਸੀਂ ਆਪਣੀ ਜ਼ਬਾਨੀ ਦੱਸੋ, ਆਪਣੇ ਵਾਲਿਦ ਦਾ ਨਾਮ ਦੱਸੋ, ਆਪਣਾ ਰਾਇਸ਼ ਦੱਸੋ, ਸਾਰਾ ਕੁਝ ਆਪਣਾ ਬਾਇਓਡਾਟਾ ਦੱਸੋ। ਹਾਂਜੀ ਅਬਦੁਲ ਰਹਿਮਾਨ ਮੇਰਾ ਨਾਮ ਹੈ ਜੀ, ਵਾਲਿਦ ਸਾਹਿਬ ਦਾ ਨਾਮ ਮੁਹੰਮਦ ਹਨੀਫ ਸਾਹਿਬ ਹੈ ਜੀ। 2 ਨਾਲ ਸਾਡੀ ਰਾਇਸ਼ ਹੈ ਜੀ। ਤੇ ਪਹਿਲੇ ਮੈਂ ਮੁਰਗੀ ਦਾ ਕੰਮ ਹੀ ਕਰਦਾ ਸੀਗਾ ਜੀ। ਇਹ ਟਾਈਫਾਇਡ ਬੁਖਾਰ ਦੀ ਵਜ੍ਹਾ ਨਾਲ ਮੇਰੀ ਬਣਾਈ ਚਲੀ ਗਈ ਹੈ ਜੀ। ਟਾਈਫਾਇਡ ਬੁਖਾਰ ਦੀ ਵਜ੍ਹਾ ਤੋਂ? ਹਾਂਜੀ ਟਾਈਫਾਇਡ ਬੁਖਾਰ ਨਾਲ ਪਹਿਲੇ ਚਿਸ਼ਤੀਆਂ ਵੀ ਮੈਂ ਕੰਮ ਕਰਦਾ ਰਿਹਾ ਜੀ, ਫਿਰ ਉਸ ਤੋਂ ਬਾਅਦ ਹਰੂਨਾਬਾਦ, ਫਿਰ ਕਰਾਚੀ ਵੀ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਲਾਹੌਰ ਜਦੋਂ ਮੈਂ ਚਲਾ ਗਿਆ ਜੀ, ਉੱਥੇ ਮੈਂ ਤਕਰੀਬਨ ਮੈਨੂੰ ਹੋ ਗਿਆ ਸੀ 10 ਸਾਲ ਗਿਆ ਨੂੰ ਜੀ। ਪਹਿਲੇ 2 ਸਾਲ ਮੈਂ ਮੁਲਾਜ਼ਮਤ ਕੀਤੀ ਜੀ। ਉਸ ਤੋਂ ਬਾਅਦ ਫਿਰ ਮੇਰਾ ਨਾ ਜੀ ਮੈਂ ਆਪਣੀ ਦੁਕਾਨ, ਤੁਸੀਂ ਕੁਰਸੀ ਐ ਨੂੰ ਗੱਲ ਤਾਂ ਮੜੀ ਹੋਣ, ਦੁਕਾਨ ਆਪਣੀ ਬਣਾ ਲਈ ਸੀਗੀ ਜੀ। ਤੇ ਫਿਰ ਉਹ ਉੱਥੇ ਤਕਰੀਬਨ ਮੈਨੂੰ ਹਜੇ 2 ਸਾਲ ਹੀ ਹੋਏ ਸੀ ਬਣਾਈ ਦੁਕਾਨ, ਤੇ ਮੈਨੂੰ ਟਾਈਫਾਇਡ ਬੁਖਾਰ ਹੋ ਗਿਆ ਸੀ। ਮੈਨੂੰ ਸਮਝ ਨਹੀਂ ਆਈ, ਬਸ ਛੋਟੇ ਡਾਕਟਰਾਂ ਕੋਲ ਦਵਾਈਆਂ ਲਿਆਂਦੀ ਹੋਇਆ ਨਾ, ਮਸਲਾ ਜ਼ਿਆਦਾ ਵਿਗੜ ਗਿਆ ਜੀ। ਅੱਛਾ। ਮੇਰੇ ਸਿਰ ਨੂੰ ਹੀ ਬੁਖਾਰ ਸੀਗਾ ਜੀ, ਉਹ ਅੰਦਰ ਦੀਆਂ ਜਿਹੜੀਆਂ ਨਸਾਂ ਸੀ ਉਹ ਸੁੱਕੜ ਗਈਆਂ, ਰੋਸ਼ਨੀ ਮੇਰੀ ਪਿੱਛੋਂ ਚਲੀ ਗਈ ਨਾ ਜੀ। ਅੱਖਾਂ ਦੀ ਬਿਨਾਈ ਖਤਮ ਹੋ ਗਈ? ਹਾਂਜੀ ਬਿਨਾਈ ਖਤਮ ਹੋ ਗਈ ਜੀ। ਤੁਹਾਡੀ ਉਮਰ ਕਿੰਨੀ ਹੈ? ਉਮਰ ਤਕਰੀਬਨ ਮੇਰੀ ਹੋ ਗਈ ਹੈ ਜੀ ਹੁਣ, ਤਕਰੀਬਨ ਮੇਰੀ 18 ਸਾਲ ਦੀ ਏਜ ਮੇਰੀ ਚਲੀ ਗਈ ਸੀ ਜੀ ਨਜ਼ਰ ਬਿਨਾਈ। ਅੱਛਾ। ਤਕਰੀਬਨ 36 ਸਾਲ ਦੇ ਕਰੀਬ ਮੇਰੀ ਏਜ ਹੈ ਜੀ। ਅੱਛਾ। ਤੇ ਹੁਣ ਵੀ ਅਲਹਮਦੁਲਿਲਾ ਮੈਂ ਮੁਰਗੀ ਦਾ ਬੜਾ ਕਾਰੀਗਰ ਬੰਦਾ ਜੀ। ਗੋਸ਼ਤ ਬਣਾਉਣਾ ਆਉਂਦਾ ਮੈਨੂੰ, ਸਾਰਾ ਕੁਝ ਮਾਮਲਾਤ ਮੈਂ ਕਰ ਲੈਣਾ ਜੀ ਆਪਣੇ। ਹੁਣ ਵੀ ਥੋੜਾ ਬਹੁਤਾ ਤੁਹਾਨੂੰ ਦੱਸਿਆ ਜੀ, ਮੈਂ ਆਪਣਾ ਨਿਜ਼ਾਮ ਸ਼ੁਰੂ ਕੀਤਾ ਹੋਇਆ ਜੀ ਉੱਥੇ, ਮਗਰ ਉੱਥੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਹਜੇ ਜ਼ਰੂਰਤ ਹੈ ਜੀ। ਤੇ ਕੰਮ ਅਲਹਮਦੁਲਿਲਾ ਮੈਨੂੰ ਕਰਨਾ ਕੋਈ ਮਸਲਾ ਨਹੀਂ ਬਣਦਾ ਜੀ। 1 ਕਿਲੋ ਬਣਾਉਣਾ, 1 ਮਣ ਬਣਾਉਣਾ, 10 ਮਣ ਬਣਾਉਣਾ, ਮੇਰੇ ਵਾਸਤੇ ਲੇਵਲ ਬਰਾਬਰ ਹੈ ਜੀ। ਕੋਈ ਮਸਲਾ ਨਹੀਂ, ਨਾ ਮੇਰੀ ਸਪੀਡ 'ਚ ਕੋਈ ਫਰਕ ਆਇਆ ਜੀ, ਨਾ ਕੋਈ ਮਾਮਲਾ। ਬਸ ਇਹੀ ਹੈ ਕਿ ਇੱਕ ਮੇਰੀ ਬਣਾਈ ਗਈ ਹੈ ਜੀ। ਬਾਕੀ ਅੱਲਾਹ ਤਾਲਾ ਨੇ ਮੈਨੂੰ ਬੜੀ ਸਲਾਹੀਅਤ ਦੇ ਰੱਖੀ ਹੈ ਜੀ। ਮੈਂ ਆਪਣੀ ਰੋਜ਼ੀ ਕਮਾ ਕੇ ਖਾਣਾ ਚਾਹੁੰਦਾ ਵਾਂ ਜੀ। ਤੇ ਅਲਹਮਦੁਲਿਲਾ ਹੁਣ ਵੀ ਮੈਂ ਆਪਣਾ ਮਾੜਾ ਚੰਗਾ ਕੰਮ ਕਰੀ ਜਾ ਰਿਹਾ ਵਾਂ ਜੀ। ਉੱਥੇ ਤੁਹਾਨੂੰ ਦੱਸਿਆ ਸੀਗਾ ਮੈਂ ਪਹਿਲੇ ਵੀ ਕਿ ਸਮਾਂ ਬਈ ਮੈਨੂੰ ਇੱਕ ਦੋਸਤ ਨੇ ਪੈਸੇ ਸਪੋਰਟ ਕੀਤੇ ਸੀਗੇ, ਤੇ ਉਹਦੀ ਵਜ੍ਹਾ ਨਾਲ ਫਿਰ ਮੈਂ ਕੋਈ ਥੋੜਾ ਬਹੁਤਾ ਆਪਣਾ ਨਿਜ਼ਾਮ ਚਲਾ ਲਿਆ ਸੀਗਾ। ਮਗਰ ਉਹਦੇ ਵਾਸਤੇ ਮੈਨੂੰ ਹੋਰ ਬੜੀ ਚੀਜ਼ਾਂ ਦੀ ਜ਼ਰੂਰਤ ਹੈ, ਪੈਸਿਆਂ ਦੀ ਥੋੜੀ ਜ਼ਰੂਰਤ ਹੈ ਜੀ। ਵੀਡੀਓ ਦਾ ਕੀ ਸੀਨ ਹੈ? ਕਦੋਂ ਦੇ ਮੇਰੀ ਦੇਖ ਰਹੇ ਤੁਸੀਂ ਵੀਡੀਓ? ਵੀਡੀਓ ਤੁਹਾਡੀ ਬਹੁਤ ਦੇਰ ਤੋਂ ਮੈਂ ਦੇਖ ਰਿਹਾ, ਤਕਰੀਬਨ 1 ਸਾਲ ਤੋਂ ਉੱਪਰ। ਕੀ ਰੂਟੀਨ ਹੈ ਤੁਹਾਡੀ? ਵੀਡੀਓ ਕਿਸ ਟਾਈਮ ਦੇਖਦੇ ਹੁੰਦੇ ਮੇਰੀ? ਵੀਡੀਓ ਮੈਂ ਤੁਹਾਡੀ ਦੇਖਣੀ ਹੋਈ ਤਕਰੀਬਨ ਇਸ਼ਾ ਦੀ ਨਮਾਜ਼ ਪੜ੍ਹਨ ਤੋਂ ਬਾਅਦ ਜੀ। ਮੇਰੇ 1-2 ਦੋਸਤ ਆ, ਉਹਨਾਂ ਕੋਲ ਟੱਚ ਮੋਬਾਈਲ ਹੈ ਜੀ। ਅੱਛਾ। ਉਹ ਫਿਰ ਮੇਰੇ ਕੋਲ ਆ ਕੇ ਬੈਠਦੇ ਹੋਏ ਫਿਰ ਉਹਨਾਂ ਨੂੰ ਮੈਂ ਸਪੈਸ਼ਲ ਕਹਿਣਾ ਹੁੰਦਾ, ਯਾਰ ਸਾਮਾ ਭਾਈ ਦੀ ਅੱਜ ਦੀ ਕਿਹੜੀ ਵੀਡੀਓ ਉਹਨਾਂ ਨੇ ਬਣਾਈ ਹੈ ਫਰੂਟ ਮੰਡੀ ਦੇ ਵਿੱਚ, ਸਹੀ ਅੱਜ ਦੀ ਤਾਜ਼ਾ ਵੀਡੀਓ ਜਿਹੜੀ ਉਹ ਦਿਖਾਓ ਜੀ। ਅੱਛਾ। ਮੇਰੇ ਇੱਕ ਚਿਸ਼ਤੀਆਂ ਦੋਸਤ ਹੈ, ਉਹਨਾਂ ਨਾਲ ਵੀ ਮੈਂ ਰਾਬਤਾ ਕਰਨਾ ਹੁੰਦਾ ਤੁਹਾਡੇ ਬਾਰੇ ਜੀ। ਉਹਨਾਂ ਨੇ ਵੀ ਮੇਰੇ ਬਾਰੇ ਤੁਹਾਡੇ ਬਾਰੇ ਡਿਸਕਸ ਮੇਰੇ ਨਾਲ ਕਰਨੀ ਹੁੰਦੀ ਹੈ ਜੀ। ਅੱਛਾ। ਆਹ ਕਮੇਟੀ ਦੇ ਵਿੱਚ ਉਹਨਾਂ ਦੀ ਡਿਊਟੀ ਹੁੰਦੀ ਹੈ ਤੇ ਮਾਡਲ ਟਾਊਨ ਉਹਨਾਂ ਦੀ ਰਿਹਾਇਸ਼ ਹੈ ਜੀ। ਅੱਛਾ। ਹਾਂਜੀ ਪਹਿਲੇ ਲਾਹੌਰ ਮੇਰੇ ਨਾਲ ਮੁਰਗੀ ਦਾ ਕੰਮ ਕਰਦੇ ਸੀ ਉਹ, ਮਗਰ ਹੁਣ ਛੱਡ ਕੇ ਆ ਗਿਆ ਜੀ ਵਾਪਸ। ਅੱਛਾ। ਹਾਂਜੀ ਹੁਣ ਸ਼ਾਦੀ। ਤੁਸੀਂ ਲਾਹੌਰ ਕਿੰਨੇ ਸਾਲ ਕੰਮ ਕੀਤਾ? ਮੈਂ ਲਾਹੌਰ ਤਕਰੀਬਨ 15 ਸਾਲ ਰਹਿ ਕੇ ਆਇਆ ਹਾਂ ਜੀ। ਅੱਛਾ। ਹਾਂਜੀ 15 ਸਾਲ ਮੈਂ ਤੁਹਾਨੂੰ ਦੱਸਿਆ ਜੀ। ਉੱਥੇ ਮੈਂ ਪਹਿਲੇ ਤਾਂ ਕੁਝ ਦੇਰ ਮੁਲਾਜ਼ਮਤ ਕੀਤੀ, ਫਿਰ ਉਸ ਤੋਂ ਬਾਅਦ ਤਕਰੀਬਨ 2-2.5 ਸਾਲ ਹੋਏ ਸੀ ਮੈਂ ਅੰਦਰੂਨ ਸ਼ਹਿਰ 'ਚ ਆਪਣੀ ਦੁਕਾਨ ਬਣਾ ਲਈ ਸੀਗੀ ਜੀ।
दिल्ली दरबार थोड़ा अंदर जाके जी, आजम मार्केट ਦੇ ਸਾਹਮਣੇ ਬਾਜ਼ਾਰ ਜਾਓ, ਵਜ਼ੀਰ ਖਾਨ ਤੇ ਮਾਰਕੀਟ ਠੀਕ ਠਾਕ ਸੀ ਕੰਮ? ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਸੀਗਾ ਜੀ। ਇਤਵਾਰ ਵਾਲੇ ਦਿਨ ਮੇਰੀ 800-1000 ਕਿਲੋ ਮੁਰਗੀ ਲੱਗਦੀ ਸੀ ਜੀ। ਆਮ ਰੂਟੀਨ 'ਚ ਮੇਰੀ 500-400 ਕਿਲੋ ਆਮ ਦਿਨਾਂ 'ਚ ਲੱਗਦੀ ਸੀ। ਇਤਵਾਰ ਨੂੰ ਤਾਂ ਮਸਤ ਸੀਗਾ ਨਾ 800 ਕਿਲੋ ਮਾਲ ਤਾਂ ਜੀ। ਮਾਸ਼ਾਅੱਲਾ ਮਾਸ਼ਾਅੱਲਾ। 1000 ਕਿਲੋ ਮਾਲ ਵੀ ਲੱਗ ਜਾਂਦਾ ਸੀਗਾ। ਅੱਛਾ, ਤੇ ਉਸ ਤੋਂ ਪਹਿਲਾਂ ਕਰਾਚੀ ਗਏ ਸੀ? ਹਾਂਜੀ, ਉਸ ਤੋਂ ਪਹਿਲੇ ਮੈਂ ਕਰਾਚੀ ਸੀਗਾ, ਲਾਹੌਰ ਬਾਅਦ ਚ ਆ ਜੀ। ਕਰਾਚੀ ਵੀ ਤੁਹਾਨੂੰ ਦੱਸਿਆ ਜੀ, ਤਕਰੀਬਨ 7-8 ਸਾਲ ਮੈਂ ਕਰਾਚੀ ਵੀ ਗੁਜ਼ਾਰੇ। ਅੱਜ ਜਿੰਨੀਆਂ ਜਗ੍ਹਾ ਤੁਹਾਨੂੰ ਦੱਸੀਆਂ ਜੀ, ਚਮੜਾ ਚਰੰਗੀ, ਨਾਗਨ ਚਰੰਗੀ, ਮੁੱਕਾ ਚੌਕ, ਸਹੀ ਹੈ ਜੀ। ਉਸ ਤੋਂ ਬਾਅਦ ਸਦਰ ਹੋ ਗਿਆ, ਨਿਊ ਕਰਾਚੀ ਹੋ ਗਿਆ, ਸਾਰੀ ਜਗ੍ਹਾ ਤੇ ਮੈਂ ਮੁਰਗੀ ਦਾ ਕੰਮ ਕਰਕੇ ਆਇਆ ਜੀ। ਤੇ ਫਿਰ ਜਦੋਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਗਈ ਆ, ਹਾਂਜੀ, ਉਦੋਂ ਲਾਹੌਰ ਸੀਗੇ ਤੁਸੀਂ? ਉਸ ਟਾਈਮ ਮੈਂ ਕੀ ਵਕੂਆ ਕੀ ਪੇਸ਼ ਆਇਆ ਸੀ? ਵਕੂਆ ਇਹੀ ਪੇਸ਼ ਆਇਆ ਜੀ, ਬਸ ਮੈਂ ਨਹਾ ਕੇ ਨਿਕਲਿਆ, ਸਰਦੀ ਬਹੁਤ ਜ਼ਿਆਦਾ ਸੀਗੀ, ਸਾਹਮਣੇ ਹਮਾਮ ਸੀਗਾ, ਉਹ ਆਪਣਾ ਮੈਂ ਤੋਲੀਆ ਵਗੈਰਾ ਲੈਣਾ ਭੁੱਲ ਗਿਆ, ਉਹ ਨਹੀਂ ਮੈਂ ਇਸਤੇਮਾਲ ਕਰਦਾ ਸੀਗਾ। ਵਾਲ ਥੋੜੇ ਬੜੇ ਸੀ, ਪਾਣੀ ਠਹਿਰ ਗਿਆ, ਹਵਾ ਚੱਲ ਰਹੀ ਸੀ ਬੜੀ ਠੰਡੀ। ਅੱਛਾ, ਬਸ ਮੈਨੂੰ ਇੰਨਾ ਕੀ ਯਾਦ ਆ, ਉਸ ਤੋਂ ਬਾਅਦ ਮੈਨੂੰ ਯਾਦ ਨਹੀਂ ਕੁਝ ਵੀ ਰਿਹਾ ਜੀ। ਐਵੇਂ ਸਾਹਮਣੇ ਮੇਰਾ ਕੁਆਟਰ ਸੀ, ਹਮਾਮ ਤੋਂ ਨਿਕਲ ਕੇ ਸਾਹਮਣੇ ਜਦੋਂ ਮੈਂ ਭੱਜ ਕੇ ਚੜਿਆ, ਮੈਨੂੰ ਪਤਾ ਚੱਲ ਗਿਆ ਕਿ ਹਵਾ ਵੱਜ ਗਈ ਹੈ ਮੇਰੇ ਸਿਰ ਨੂੰ। ਬਸ ਉਸ ਤੋਂ ਬਾਅਦ ਮੈਨੂੰ ਬੁਖਾਰ ਹੋ ਗਿਆ ਜੀ, ਮੇਰੇ ਸਿਰ ਨੂੰ ਹੀ ਹੋ ਗਿਆ। ਫਿਰ ਉਹ ਮੈਨੂੰ ਸਮਝ ਨਹੀਂ ਆਈ, ਛੋਟੇ ਛੋਟੇ ਡਾਕਟਰਾਂ ਕੋਲ ਦਵਾਈ ਲੈਂਦੇ ਲੈਂਦੇ ਉਹ ਮਾਮਲਾਤ ਵਿਗੜ ਗਏ। ਟਾਈਫਾਈਡ ਬੁਖਾਰ ਸੀਗਾ ਜੀ, ਉਹਨੇ ਅੰਦਰ ਹੀ ਅੰਦਰ। ਫਿਰ ਮੈਂ 4 ਮਾਹ ਤੱਕ ਤੇ ਕੋਮਾ ਚਲਾ ਗਿਆ ਜੀ, ਮੈਨੂੰ ਕੋਈ ਪਤਾ ਨਹੀਂ ਹੈਗਾ। 4 ਮਾਹ ਤੋਂ ਬਾਅਦ ਵਿਕਟੋਰੀਆ 'ਚ ਮੈਨੂੰ ਪਤਾ ਚੱਲਿਆ, ਬਹਾਵਲਪੁਰ, ਕਿ ਮੇਰੀ ਬਿਨਾਈ ਚਲੀ ਗਈ। ਉਹ ਘਰ ਵਾਲੇ ਮੇਰੇ ਭਾਈ ਫਿਰ ਉੱਥੇ ਗਿਆ, ਉਹਨਾਂ ਨੇ ਜਾ ਕੇ ਫਿਰ ਮੈਨੂੰ ਘਰ ਲੈ ਆਂਦਾ। ਫਿਰ ਵਿਕਟੋਰੀਆ ਹਸਪੀਟਲ ਮੈਂ 4 ਮਹੀਨੇ ਦਾਖਲ ਰਿਹਾ ਵਾਂ ਜੀ। ਉਸ ਤੋਂ ਬਾਅਦ 4 ਮਹੀਨਿਆਂ ਤੋਂ ਬਾਅਦ ਮੈਨੂੰ ਹੋਸ਼ ਆਇਆ। ਨੱਕ ਥਾਣੀ ਨਾਲੀ ਲੱਗੀ ਹੋਈ ਸੀ, ਬਸ ਇਹ ਥਾਣੀ ਇੱਕ ਪਾਣੀ ਸੀਗਾ ਜੀ, ਉਹਦੇ ਜ਼ਰੀਏ ਦਵਾਈ ਹਰ ਚੀਜ਼ ਉਹਦੇ ਜ਼ਰੀਏ ਜਾਂਦੀ ਸੀ ਅੰਦਰ ਜੀ। ਮੂੰਹ ਤੇ ਮੈਂ ਖੋਲਦਾ ਹੀ ਨਹੀਂ ਸੀਗਾ ਜੀ। ਅੱਛਾ, ਤੇ ਅਬਦੁਲ ਰਹਿਮਾਨ ਭਾਈ, ਉਸ ਤੋਂ ਬਾਅਦ ਫਿਰ ਤੁਹਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਮੁਸ਼ਕਲਾਤ ਪੈਦਾ ਹੋ ਗਈਆਂ, ਸਾਰਾ ਕੰਮ ਇੱਕੋ ਵਾਰੀ ਬੰਦ ਹੋ ਗਿਆ? ਹਾਂਜੀ ਹਾਂਜੀ, ਖਤਮ, ਕਹਾਣੀ ਗੋਲ ਹੋ ਗਈ ਸਾਰੀ? ਹਾਂਜੀ ਅਲਹਮਦੁਲਿਲਾ, ਹਰ ਮੁਸ਼ਕਲਾਤ ਦਾ ਅਸਾਮਾ ਭਾਈ ਮੈਂ ਸਾਹਮਣਾ ਕਰ ਲਿਆ ਦਲੇਰੀ ਨਾਲ? ਹਾਂਜੀ, ਦਲੇਰੀ ਨਾਲ, ਕਿ ਅੱਲਾਹ ਦੀ ਰਜ਼ਾ ਸਮਝ ਕੇ ਕਿ ਯਾਰ ਅੱਲਾਹ ਤਾਲਾ ਇਸ ਤਰ੍ਹਾਂ ਰਾਜ਼ੀ ਹੈ ਤੇ ਕੋਈ ਮਸਲਾ ਨਹੀਂ ਹੈਗਾ। ਅੱਛਾ, ਹਾਂਜੀ, ਮੈਂ ਰਾਇਵਨ ਮਰਕਜ਼ 2015 4 ਮਾਹ ਲਾ ਰਿਹਾ ਸੀਗਾ ਜੀ। ਮੈਨੂੰ ਇੱਕ ਸਾਥੀ ਕਰਾਚੀ ਦੇ ਹੱਥੋਂ ਪਕੜ ਕੇ ਲਿਜਾ ਰਿਹਾ ਸੀਗੇ, ਕੰਟੀਨ ਦੀ ਤਰਫ ਜਾ ਰਿਹਾ ਸੀ, ਮਗਰਬ ਦੀ ਨਮਾਜ਼ ਪੜ੍ਹ ਕੇ ਜੀ, ਅੱਛਾ, ਖਾਣਾ ਖਾਣ ਲਈ। ਮਗਰ ਉਹਨਾਂ ਦਾ ਤਜੱਸਸ ਵੱਧ ਗਿਆ। ਜ਼ਿਲ੍ਹਾ ਬਾਗ ਦੇ ਸੀ ਮौलाना सजाद साहब, आज भी ਮੈਨੂੰ याद है। उन्होंने रोक लिया, उन्होंने कहा आपको क्या हो गया? मैंने कहा जी मुझे नज़र नहीं आता है, इसलिए पकड़ के ले जा रहे हैं। उन्होंने कहा आप 90 नंबर सतून पे आएँ, दूसरी मंजिल पे, मुझे आपसे काम है, मुझे आपसे बात करनी है। उधर हम चले गए हैं जी। उधर जाकर उन्होंने थोड़ा मेरा इकराम किया। उसके बाद मुझे उन्होंने एक हदीस सुनाई। उन्होंने कहा कि जिसकी दो कीमती अल्लाह ताला दुनिया में ले लेते हैं ना जी, कल क़यामत के दिन अल्लाह ताला उनको अपनी जन्नत में, जन्नतुल फिरदौस में, अपने पड़ोस में जगह देंगे इंशाअल्लाह। और दूसरी रवायत के मुताबिक जैसे ही वो इंसान मरेगा, अल्लाह ताला 70,000 बेशुमार नूर के पर्दे हटा के अपने सामने खड़ा करेंगे, कहेंगे मेरे बंदे, दुनिया में तुम्हें इतना तंग दस्त रखा, क्या मेरे ख़जाने में क्या तुम्हारे लिए 2 आंखें नहीं थी? मैं दे सकता था, मगर आज के दिन के लिए मैं तुम्हें इज्जत देना चाहता था। आज तुम हमेशा, जब तक मैं क़यामत को क़याम नहीं करता, तब तक तुम मेरा दीदार करते रहो। सुभान अल्लाह। सबसे खूबसूरत नेमत अल्लाह का दीदार है। जन्नत से ज़्यादा खूबसूरत अल्लाह का दीदार है। बेशक। हाँ जी, जन्नत तो अमरे कौन से बनी है? वो बनाने वाली ज़ात खुद तुम्हारे सामने है। वो कैसी सीन है? बहुत खुशी हुई ਤੁਹਾਡਾ हौसला देख के, ਤੁਸੀਂ सब्र किया। फिर मेरा हौसला भी बढ़ गया। मैंने कहा कोई मसला नहीं, दुनिया की मुशक्कत उठाएंगे, मगर चंद दिनों की मुशक्कत है, फिर हमेशा हमेशा के लिए अल्लाह ताला मेरे लिए आसानियां पैदा कर देंगे इंशाअल्लाह ताला, इंशाअल्लाह ताला। तो अच्छा अब्दुल रहमान भाई, ਤੁਹਾਨੂੰ ਹੁਣ 12 ਸਾਲ ਹੋ ਗਏ ਤਕਰੀਬਨ ਇੱਥੇ ਆਇਆ ਨੂੰ, ਆਪਣੇ ਮੁੜ ਕੇ ਵਾਪਸ ਆਪਣੇ ਘਰ ਆ ਗਏ ਨਾ ਤੁਸੀਂ? ਹਾਂਜੀ, 18 ਸਾਲ ਦੇ ਕਰੀਬ ਹੋ ਗਿਆ ਜੀ ਟਾਈਮ। 18 ਸਾਲ ਹੋਣ ਵਾਲੇ ਆ। ਤਕਰੀਬਨ 36 ਸਾਲ ਮੇਰੀ ਏਜ ਹੋ ਗਈ ਹੈ। ਤਕਰੀਬਨ 18 ਸਾਲ ਦੇ ਕਰੀਬ ਮੇਰੇ ਨਾਲ ਵਕੂਆ ਹੋ ਗਿਆ ਸੀਗਾ ਜੀ। ਅੱਛਾ, ਹਾਂਜੀ, 18 ਸਾਲ ਹੋ ਗਏ ਬਾਈ ਜੀ। ਵੀਰ ਦਾ ਚੰਗਾ ਭਲਾ ਚੱਲਦਾ ਕੰਮ ਸੀ ਲਾਹੌਰ ਸ਼ਹਿਰ ਦੇ ਵਿੱਚ, ਦਿੱਲੀ ਗੇਟ ਦੇ ਕੋਲ ਇਹਨਾਂ ਦੀ ਦੁਕਾਨ ਸੀ। ਹਾਂਜੀ, ਦਿੱਲੀ ਮੁਰਗੀ ਦੇ ਕੰਮ ਦਾ ਬਹੁਤ ਕਾਰੀਗਰ ਆਏ ਵੀਰ ਮੇਰਾ। ਤੇ ਜਦੋਂ ਦੀ ਅੱਲਾਹ ਤਾਲਾ ਨੇ ਅੱਖਾਂ ਦੀ ਰੋਸ਼ਨੀ ਲਈ ਆ, ਨੂਰ ਅੱਖਾਂ ਦਾ ਲਿਆ ਵਾ, ਉਸ ਤੋਂ ਬਾਅਦ ਮਜ਼ਦੂਰੀ ਵਾਲੀ ਹਾਲਤ ਚਲੇ ਗਏ। ਫਿਰ ਕੋਈ ਸਹਾਰਾ ਮਤਲਬ ਕਿ ਇਸ ਤਰ੍ਹਾਂ ਦਾ ਨਹੀਂ ਰਿਹਾ ਕਿ ਜਿਹਦੇ ਨਾਲ ਅੱਛੇ ਤਰੀਕੇ ਨਾਲ ਆਪਣਾ ਉਹ ਘਰ ਚਲਾ ਸਕਣ। ਹਾਂਜੀ, ਜਿਹਦੇ ਇੱਕ ਦੂਸਰੇ ਦੇ ਆਸਰੇ ਤੇ, ਯਾਰਾਂ ਦੋਸਤਾਂ ਦੇ ਆਸਰੇ ਤੇ। ਲੇਕਿਨ ਫਿਰ ਵੀ ਭਾਈ ਨੂੰ ਪਿਛਲੇ ਸਾਲ ਕਿਸੇ ਦੁਬਈ ਤੋਂ ਜਾਂ ਕਿਸੇ ਉਹਦੇ ਦੋਸਤ ਨੇ ਭੇਜੇ ਪੈਸੇ ਥੋੜੇ ਬਹੁਤ, 30-35 ਹਜ਼ਾਰ ਰੁਪਇਆ, ਉਹਨਾਂ ਨਾਲ ਕੋਈ ਕੰਮ ਸ਼ੁਰੂ ਕੀਤਾ, ਕਹਿੰਦੇ ਦੱਸਿਆ ਇਹਨਾਂ ਨੇ। ਤੇ ਹੁਣ ਉਹ ਕੰਮ ਚੱਲਦਾ ਪਿਆ ਕਿ ਬੰਦ ਹੋ ਗਿਆ ਜੀ? ਨਹੀਂ, ਕੰਮ ਚੱਲ ਰਿਹਾ ਵੇ ਜੀ, ਮਗਰ ਉਹ ਜਿਸ ਤਰ੍ਹਾਂ ਮੈਂ ਚਲਾਉਣਾ ਚਾਹ ਰਿਹਾ ਉਸ ਤਰੀਕੇ ਨਾਲ ਮੈਨੂੰ ਰੋਜ਼ੀ ਉੱਥੇ ਬਣਦੀ ਨਹੀਂ ਕਿ ਜੀ। ਪੈਸੇ ਮੈਨੂੰ ਜ਼ਿਆਦਾ ਚਾਹੀਦੇ ਹੁੰਦੇ ਜੀ ਉੱਥੇ। ਕੰਮ ਮੈਨੂੰ ਉੱਥੇ ਮੇਰਾ ਠੀਕ ਹੋ ਸਕਦਾ, ਮਸਲਾ ਨਹੀਂ ਹੈ, ਮਗਰ ਮੇਰੇ ਕੋਲ ਉਨੀਆਂ ਚੀਜ਼ਾਂ ਨਹੀਂ ਹੈਗੀਆਂ, ਤੁਹਾਨੂੰ ਦੱਸਿਆ ਜੀ। ਉਹ ਵੱਡਾ ਚਾਹੀਦਾ। ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਮੇਰੇ ਕੋਲ ਆਏ ਆ, ਹਾਂਜੀ, ਆਪਾਂ ਬਾਈ ਜੀ ਇਸ ਵੀਰ ਨੂੰ ਸੱਦਿਆ ਵਾ। ਮੇਰਾ ਤਾਂ ਦਿਲ ਆ ਮੈਂ ਇਹਨੂੰ ਕਾਰੋਬਾਰ ਕਰਾਵਾਂ ਤਰਬੂਜ਼ ਦਾ। ਮੇਰੇ ਕੋਲੋਂ ਅਗਰ ਇਹ ਸ਼ਾਹਜ਼ੋਰ ਲਿਜਾਣਾ ਚਾਹੁੰਦਾ, ਸ਼ਾਹਜ਼ੋਰ ਲੈ ਜਾਵੇ। ਵੱਡਾ ਮਜ਼ਦਾ ਲੈ ਕੇ ਜਾਣਾ ਚਾਹੁੰਦਾ, ਵੱਡਾ ਮਜ਼ਦਾ ਲੈ ਜਾਵੇ। ਬੈਡਫੋਰਡ ਟਰੱਕ ਲੈ ਕੇ ਜਾਣਾ ਚਾਹੁੰਦਾ, ਬੈਡਫੋਰਡ ਟਰੱਕ ਲੈ ਜਾਵੇ।
ਹਾਂਜੀ ਅਬਦੁਰਮਾਨ ਬਾਈ ਦੱਸੋ ਤੁਸੀਂ ਕੀ ਚੀਜ਼ ਪਸੰਦ ਕਰਦੇ ਹੋ? ਆਪਣਾ ਕਾਰੋਬਾਰ ਜਿਹੜਾ ਤੁਸੀਂ ਕਰਦੇ ਪਏ ਆ ਉਹ ਕਰਨਾ ਚਾਹੁੰਦੇ ਹੋ, ਮੁਰਗੀ ਦਾ ਕੰਮ, ਜਾਂ ਮੈਂ ਜਿਹੜਾ ਕੰਮ ਕਰਾਉਣਾ ਚਾਹੁੰਦਾ ਤੁਸੀਂ ਉਹ ਕਰੋਗੇ? ਪਸੰਦ ਕਰਦਾ। ਹਾਂਜੀ ਅਸਾਂ ਵੀ ਦੇਖੋ, ਜਿਸ ਕੰਮ ਦਾ ਬੰਦੇ ਨੂੰ ਤਜਰਬਾ ਨਾ ਹੋਏ ਨਾ ਜੀ, ਉਹ ਕੰਮ ਨੂੰ ਨਹੀਂ ਕਰਨਾ ਚਾਹੀਦਾ। ਇਹਦਾ ਮੈਨੂੰ ਤਜਰਬਾ ਨਹੀਂ ਹੈਗਾ, ਤਰਬੂਜ ਵੇਚਣਾ ਕਿਸ ਤਰ੍ਹਾਂ, ਖਰੀਦਣਾ ਕਿਸ ਤਰ੍ਹਾਂ, ਕੀ ਕਰਨਾ ਜੀ। ਖਰੀਦਣ ਵਾਲੀ ਤਾਂ ਗੱਲ ਹੀ ਨਹੀਂ ਨਾ ਜੀ। ਆਪਣੇ ਕੋਲ ਤਰਬੂਜ ਅੱਲਾ ਦਾ ਹੁਕਮ, ਅੱਲਾ ਦੇ ਹੁਕਮ ਨਾਲ ਪੂਰੇ ਪਾਕਿਸਤਾਨ ਨੂੰ ਖਵਾਉਣ ਜੋਗਾ ਹੈਗਾ। ਹਾਂਜੀ ਹਾਂਜੀ ਕੋਈ ਤੇ ਮੇਰੇ ਕੋਲੋਂ ਮੈਂ ਤੁਹਾਨੂੰ ਦੱਸਿਆ ਵੀ ਸ਼ਾਹਜ਼ੋਰ ਚਾਹੀਦੀ ਤਾਂ, ਮਜ਼ਦਾ ਚਾਹੀਦਾ ਤਾਂ, ਬੈਡਫੋਰਡ ਟਰੱਕ ਚਾਹੀਦਾ ਤਾਂ, ਜਿੰਨਾ ਤੁਹਾਨੂੰ ਤਰਬੂਜ ਚਾਹੀਦਾ ਮੈਂ ਦੇ ਸਕਦਾ। ਸਹੀ ਹੈ। ਔਰ ਫੀਸ ਵੀ ਲਿਲਾ। ਸਹੀ ਹੈ ਜੀ। ਮੇਰੀ ਗੱਲ ਸੁਣੋ, ਸਹੀ ਹੋ ਗਿਆ। ਫੀਸ ਵੀ ਲਿਲਾ। 1 ਰੁਪਿਆ ਦਾ ਇੱਕ ਤੁਹਾਡੀ ਜ਼ਾਤ ਵਾਸਤੇ 1 ਰੁਪਿਆ ਨਹੀਂ ਉਹਦਾ ਬਿੱਲ। ਸਹੀ ਹੈ ਜੀ। ਲੱਖ ਰੁਪਏ ਦਾ, 2 ਲੱਖ ਦਾ, 3 ਲੱਖ ਦਾ, ਹਾਂਜੀ ਹਾਂਜੀ ਜਿੰਨਾ ਤਰਬੂਜ ਤੁਸੀਂ ਚਾਹਦੇ ਮੇਰੇ ਕੋਲੋਂ ਲਿਜਾ ਕੇ ਦੂਜੀਆਂ ਮੰਡੀਆਂ 'ਚ ਵੇਚਣਾ ਤਾਂ ਤੁਹਾਡੀ ਮਰਜ਼ੀ। ਹਾਂਜੀ ਜੇ ਤੁਸੀਂ ਕਿਤੇ ਹਰੂਨਾਬਾਦ ਦੇ ਵਿੱਚ ਵੱਡਾ ਅੱਡਾ ਲਾ ਲਵੋ, ਕੋਈ ਨਾਲ 2 ਬੰਦੇ ਰੱਖ ਲਵੋ ਇਮਾਨਦਾਰ, ਜਿੱਦਾਂ ਇਹ ਤੁਹਾਡੇ ਦੋਸਤ ਨੇ, ਹਾਂਜੀ ਮੈਂ ਫਲੈਕਸ ਆਪਣੀ ਤਸਵੀਰ ਛਪਵਾ ਕੇ ਤੁਹਾਨੂੰ ਦੇ ਦਾਂਗਾ, ਨਾਲ ਉਹ ਲਾ ਦੇਣੀ ਆ। ਸਹੀ ਹੈ ਜੀ। ਇਨਸ਼ਾਅੱਲਾ ਤਾਲਾ ਮੈਨੂੰ ਉਮੀਦ ਆ ਹਰੂਨਾਬਾਦ ਦੀ ਆਵਾਮ ਤੁਹਾਡਾ ਸਪੋਰਟ ਕਰੇਗੀ ਬੇਸ਼ੱਕ। ਤੇ ਉਹ ਵੇਖ ਸਕਦਾ। ਹਾਂਜੀ ਲੇਕਿਨ ਫਿਰ ਵੀ ਤੁਸੀਂ ਖੁਦ ਫੈਸਲਾ ਕਰਨਾ। ਹਾਂਜੀ। ਵਾਲੇਕੁਮ ਸਲਾਮ ਵਾਜੀ ਵਾਲ ਸਾਹਿਬ ਆ ਗਏ, ਮਿਲੋ। ਵਾਲੇਕੁਮ ਸਲਾਮ ਵਰਹਿਮਤੁਲਾਹ। ਹਾਂਜੀ ਕੀ ਹਾਲ ਹੈ? ਤੇ ਉੱਥੇ ਬਹਿਣਾ ਸੀ। ਉਹ ਛੋਟੀ ਆਪਣਾ ਕੈਂਪ, ਉਹਨੂੰ ਮੈਂ ਕਿਹਾ ਛੋਟਾ ਬਣਾ, ਉੱਥੇ ਵੱਡਾ ਸੀ, ਫਿਰ ਉਹ ਲਾ ਗਏ। ਉਹ ਲੱਸੀ ਜਿਵੇਂ ਬੰਨੀ ਤਾਂ ਹੈਗੀ, ਉਹਨੂੰ ਖੜਾ ਕਰਤੇ ਗੱਡੀ ਲਵਾਈ ਨਾ, ਮੁੜਦੀ ਨਹੀਂ ਸੀ, ਉੱਥੇ ਬੈਠੋ ਸੀ। ਜੇ ਤਾਂ ਤੁਸੀਂ ਉਹ ਕੰਮ ਕਰ ਸਕਦੇ ਆ, ਉਹਦੇ ਵਿੱਚ ਇਹ ਦੇਖੋ ਕਿ ਰਹਿਮਾਨ ਭਾਈ 50 ਰੁਪਏ 40 ਰੁਪਏ ਕਿਲੋ ਵਿਕਦਾ ਤਰਬੂਜ, 5-6 ਕਿਲੋ ਦਾ ਹਰ ਤਰਬੂਜ ਹੁੰਦਾ, 200-250 ਰੁਪਏ ਦਾ ਦਾਣਾ ਵਿਕਦਾ। ਦੇਖੋ ਤੁਸੀਂ 100 ਮਨ ਲੈ ਕੇ ਜਾਂਦੇ ਆ ਨਾ, ਤੇ ਉਹਦੇ ਵਿੱਚ ਤੁਹਾਨੂੰ 40 ਤੋਂ 45 ਹਜ਼ਾਰ ਰੁਪਏ ਪ੍ਰੋਫਿਟ ਆਏਗਾ। ਜੈਨੂਇਨ ਉਹਦੀ ਕੀਮਤ ਅਗਰ 60 ਹਜ਼ਾਰ ਰੁਪਏ ਬਣਦੀ ਆ, 100 ਮਨ ਦੀ 70 ਹਜ਼ਾਰ ਰੁਪਏ ਬਣਦੀ ਆ, 800 ਰੁਪਏ ਨਾਲ 80 ਹਜ਼ਾਰ ਰੁਪਏ ਬਣਦੀ ਆ। 100 ਮਨ ਤਰਬੂਜ ਦਵਾ 800 ਰੁਪਏ ਨਾਲ ਉਹਦੀ 80 ਹਜ਼ਾਰ ਰੁਪਏ ਕੀਮਤ ਬਣਦੀ, ਉਹਦੀ ਵਟਕ ਹੋਣੀ 1,30,000 ਰੁਪਇਆ। 30-40 ਰੁਪਏ ਕਿਲੋ ਵੀ ਵੇਚੋ ਤੁਸੀਂ, ਠੀਕ ਆ। ਤੇ ਗੱਲ ਮੈਂ ਕਰਦਾ ਵੀ ਤੁਸੀਂ ਅਗਰ ਉਹ ਕੰਮ ਕਰ ਸਕਦੇ, ਥੋੜਾ ਜਿਹਾ ਹਿੰਮਤ ਹੌਸਲਾ ਕਰੋ, ਮੁਰਗੀ ਦੇ ਕੰਮ ਨੂੰ ਭੁੱਲ ਜਾਓਗੇ। ਅੱਛਾ ਜੀ। ਹਾਂਜੀ, ਮੁਰਗੀ ਦਾ ਕੰਮ ਆ। ਦੇਖੋ ਮੁਰਗੀ ਨੂੰ ਲੋਕ ਖਾਈ ਤੇ ਜਾਂਦੇ ਆ ਲੋਕ, ਮੁਰਗੀ ਦਾ ਕੰਮ ਨਾ ਕੰਪੀਟੀਸ਼ਨ ਬੜਾ ਉਹਦਾ। ਤਰਬੂਜ ਆ ਨਾ ਜਿਹੜਾ ਸੀਜ਼ਨ, ਕੋਈ ਵੀ ਫਰੂਟ ਆ ਜਿਹੜਾ ਸੀਜ਼ਨ ਬਸ ਸੀਜ਼ਨ, ਹਰ ਬੰਦੇ ਦਾ ਕੰਮ ਨਹੀਂ ਹੋਏ। ਮੁਰਗੀ ਦਾ ਹਰ ਤੀਸਰੇ ਬੰਦੇ ਨੇ ਕੰਮ ਸ਼ੁਰੂ ਕੀਤਾ। ਤੁਸੀਂ ਬੇਸ਼ੱਕ ਟਾਈਮ ਲੈ ਲਓ, ਮੇਰੇ ਕੋਲ 1 ਦਿਨ 2 ਦਿਨ ਦਾ, ਤੁਸੀਂ ਈਜ਼ੀਲੀ ਜਾ ਕੇ ਤਸੱਲੀ ਨਾਲ ਆਪਣਾ ਦੇਖ ਸੋਚ ਲਓ, ਹੱਥ ਪੱਲਾ ਮਾਰ ਲਓ, ਕੋਈ ਜ਼ੇਨ ਬਣਾ ਲਓ। ਜੇ ਕੋਈ ਮੈਨੇਜਮੈਂਟ ਹੁੰਦੀ ਹੋਵੇ ਤਾਂ ਫਿਰ ਤੁਸੀਂ ਤਰਬੂਜ਼ਾ ਕਰ ਲਿਓ, ਨਹੀਂ ਤਾਂ ਦੂਸਰੇ ਤਰੀਕੇ ਵੀ ਮੈਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਆ। ਮੈਂ ਤਾਂ ਤੁਹਾਨੂੰ ਦੇਖੋ ਸੱਦਿਆ ਸੀ ਤਾਂ ਕਿਉਂਕਿ ਇਸ ਟਾਈਮ ਮੇਰੇ ਕੋਲ 270 ਏਕੜ ਤਰਬੂਜ ਆ। ਤੁਸੀਂ ਤਰਬੂਜ ਵੇਚ ਲਓ, 4 ਮਹੀਨੇ ਰੱਜ ਤਰਬੂਜ ਵੇਚੋ। ਮੈਂ ਤੁਹਾਨੂੰ ਇੱਕ ਵਾਰੀ ਭਰ ਕੇ ਗੱਡੀ ਦੇਤੀ ਨਾ, ਤੁਸੀਂ ਮੁੜ ਕੇ ਉਹ ਕਮਾਈ ਲਿਆ ਕੇ ਆਪਦੇ ਘਰ ਦਾ ਖਰਚਾ ਵੀ ਖੁੱਲਾ ਚਲਾਈ ਜਾਈਓ, ਜਿਹੜੀ ਵੱਟ ਕੇ ਲਿਆਉਂਗੇ ਉਹਦਾ ਨਗਦ ਖਰੀਦ ਕੇ ਲਈ ਜਾਈਓ। ਸਮਝ ਗਿਆ? ਪਹਿਲੀ ਗੱਡੀ ਦੇ ਤੁਹਾਨੂੰ ਕੋਈ ਪੈਸੇ ਨਹੀਂ, ਮੁੜ ਕੇ ਤੁਸੀਂ ਆਪਣਾ ਵੇਚ ਕੇ ਵੱਟ ਕੇ ਲਿਆਉਣੇ ਪੈਸੇ, ਨਗਦੀ ਖਰੀਦਣਾ ਵੀ ਤੁਸੀਂ ਮੇਰੇ ਕੋਲ ਖਰੀਦੀ ਮੇਰੇ ਕੋਲ ਜਾਈਓ ਭਾਵੇਂ ਤੁਹਾਨੂੰ ਜਾਇਜ਼ ਮੁਨਾਸਬ ਹੋ, ਮਤਲਬ ਕਿ ਦੁਬਾਰਾ ਹਰ ਵਾਰੀ ਕੁਝ ਮੈਂ ਇਧਰੋਂ ਹੋਰ ਐਕਸਟਰਾ ਪ੍ਰੋਫਿਟ ਦੇ ਦਿਆ ਕਰੂੰਗਾ। ਮਤਲਬ ਸੌਦਾ ਖਰੀਦਣ 'ਚ ਜ਼ਿਆਦਾ ਬਚਤ ਹੁੰਦੀ ਆ, ਖਰੀਦਦਾਰੀ ਦੇ ਵਿੱਚ ਰੋਜ਼ੀ ਹੁੰਦੀ ਆ, ਠੀਕ ਹੈ ਨਾ। ਅਗਰ ਬੰਦਾ ਮਹਿੰਗਾ ਖਰੀਦ ਲਵੇ ਫਿਰ ਉਹ ਬਚਤ ਘਟ ਜਾਂਦੀ। ਤੁਹਾਨੂੰ ਪਿਆਰ ਮੁਹੱਬਤ ਨਾਲ ਤਾਵਨ ਕਰਕੇ ਜਿੰਨਾ ਹੋ ਸਕਿਆ, ਦੂਏ ਦਿਨ ਤੀਏ ਦਿਨ ਤੁਹਾਡੀ ਗੱਡੀ ਮੋਗੀ ਆ ਕੇ ਇਧਰੋਂ ਨਵੀਂ ਗੱਡੀ ਭਰ ਕੇ ਲੈ ਜਾਓ। ਇਹ ਰੂਟੀਨ ਬਣਾ ਸਕਦੇ ਹੋ ਤੁਸੀਂ, ਠੀਕ ਆ। ਇਹ ਆਪਸ਼ਨ ਆ। ਅਗਰ ਤੁਹਾਡਾ ਨਾ ਦਿਲ ਮੰਨੇ, ਨਾ ਤੁਹਾਡਾ ਜ਼ਹਿਨ ਮੁਤਮਿਨ ਹੋਵੇ, ਨਾ ਤੁਹਾਨੂੰ ਮਤਲਬ ਸਮਝ ਆਵੇ ਕਿ ਮੈਂ ਡੋਲ ਜਾਵਾਂਗਾ, ਕੱਲ ਨੂੰ ਨੁਕਸਾਨ ਕਰ ਬੈਠਾਂਗਾ, ਮੇਰੇ ਵੱਸ ਦਾ ਨਹੀਂ ਰੋਗ ਇਹ, ਫਿਰ ਭਾਈ ਤਾਬੇਦਾਰ ਦੂਸਰੇ ਇਸ ਤੁਹਾਡੇ ਮੁਰਗੀ ਵਾਲੇ ਕੰਮ 'ਚ ਵੀ ਮੈਂ ਤਾਵਨ ਕਰਾਂਗਾ। ਜੋ ਤੁਹਾਡੇ ਮੂੰਹੋਂ ਕਹੋਗੇ, ਤੁਹਾਡੇ ਮੂੰਹ ਦੇ ਅਲਫਾਜ਼ ਪੂਰੇ ਹੋਣਗੇ। ਠੀਕ ਆ। ਮੈਂ ਤੁਹਾਨੂੰ ਜਿਹੜੀ ਗੱਲ ਛੋਟੀ ਜੀ ਕੀਤੀ, ਜੋ ਤੁਹਾਡੇ ਮੂੰਹ ਦੇ ਅਲਫਾਜ਼ ਹੋਣਗੇ ਨਾ, ਇਹਦੇ ਵਿੱਚ ਵੀ ਤੁਹਾਨੂੰ ਸੋਚਣ ਦਾ 2 ਦਿਨ ਟਾਈਮ ਆ, 1 ਦਿਨ 2 ਦਿਨ। ਥੋੜਾ ਜਿਹਾ ਆਪਣੇ ਦਿਮਾਗ ਨੂੰ ਵੱਡਾ ਕਰਕੇ ਇਸ ਚੀਜ਼ ਚੋਂ ਬਾਹਰ ਨਿਕਲੋ। ਤੁਹਾਡੇ ਵੀਰ ਨੇ ਤੁਹਾਨੂੰ ਸੱਦਿਆ, ਨਹੀਂ ਮੁਰਗੀ ਦਾ ਕੰਮ ਵੀ ਬੇਸ਼ੱਕ ਕਰਨਾ, ਉਹਦੇ ਵਿੱਚ ਵੀ ਮੈਂ ਉਹਨਾਂ ਨੂੰ ਇਹ ਦੱਸਦਾ ਪਿਆ ਵੀ ਥੋੜਾ ਜਿਹਾ ਆਪਣੇ ਮਾਈਂਡ ਨੂੰ ਵੱਡਾ ਕਰੋ। ਤੁਸੀਂ ਥੋੜੇ ਮਾਈਂਡ ਨੂੰ ਵੱਡਾ ਕਰਕੇ ਥੋੜਾ ਸਟਰੋਂਗ ਅੱਛੇ ਵਾਲਾ ਕਾਰੋਬਾਰ ਮੁਰਗੀ ਦਾ ਵੀ ਕਰਨਾ। ਜੋ ਤੁਹਾਡੇ ਮੂੰਹ ਦੇ ਅਲਫਾਜ਼ ਹੋਣਗੇ ਨਾ ਵੀਰ ਜੀ, ਉਹ ਮੈਂ ਪੂਰੇ ਕਰੂੰਗਾ। ਠੀਕ ਆ, ਇਨਸ਼ਾਅੱਲਾ ਤਾਲਾ, ਸੋਹਣੇ ਮਾਲਕ ਦੀ ਰਹਿਮਤ ਨਾਲ। ਇਹ ਮੇਰੇ ਰੱਬ ਦੀ ਬੜੀ ਕਰਮ ਨਵਾਜ਼ੀ ਹੋਈ ਪਈ ਆ। ਇਹ ਜਿਸ ਜਗ੍ਹਾ ਤੇ ਤੁਸੀਂ ਬੈਠੇ ਆ, ਇਹ ਮੈਂ ਹੁਣ ਲਈ ਆ ਸੀ। ਇਹ ਮੇਰੇ ਤਾਇਆ ਬੂ ਜੀ ਆ, ਵੱਡੇ ਬੂ ਆ, ਉਹ ਮੇਰੇ ਵਾਲਦ ਸਾਹਿਬ ਆ। ਇਹ ਮੇਰੇ ਬਜ਼ੁਰਗਾਂ ਦੀਆਂ ਦੁਆਵਾਂ, ਮੇਰਾ ਕੋਈ ਇਹਦੇ ਵਿੱਚ, ਮੈਂ ਅਗਰ ਕਹਾਂ ਕਿ ਮੇਰੇ ਵਾਲਦ ਸਾਹਿਬ ਦੀ ਮਿਹਨਤ ਆ, ਮੇਰੇ ਤਾਇਆ ਜੀ ਦੀ ਮਿਹਨਤ ਆ, ਅਸੀਂ ਹੁਣ ਉੱਠ ਕੇ ਕਹੀਏ ਕਿ ਸਾਡੀ ਮਿਹਨਤ ਆ, ਨਹੀਂ, ਸਾਡੇ ਮੂੰਹ ਤੇ ਨਹੀਂ ਪੈਂਦੀ। ਸਾਡੇ ਬਜ਼ੁਰਗਾਂ ਦੀ ਮਿਹਨਤ ਆ, ਸਾਡੇ ਵੱਡਿਆਂ ਦੀ ਮਿਹਨਤ ਆ। ਅੱਜ ਅਸੀਂ ਪੱਕੀਆਂ ਪਕਾਈਆਂ ਦੇਗਾਂ 'ਚ ਕੜਛੇ ਮਾਰਦੇ ਪਏ ਆ। ਠੀਕ ਆ। ਉਹ ਇਹ ਹਰ ਬੰਦੇ ਦੇ ਵੱਸ ਦਾ ਰੋਗ ਹੀ ਨਹੀਂ।
ਠੀਕ ਆ, ਜਿੱਥੇ ਉਹਨਾਂ ਨੇ ਸਾਨੂੰ ਲਿਆ ਕੇ ਖੜਾ ਕਰਤਾ, ਅੱਗੇ ਅੱਲਾਹ ਤਾਲਾ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਕਰਾਂਗੇ, ਤੁਸੀਂ ਸਾਡਾ ਕਰੋਗੇ, ਸਾਡਾ 100 ਜਣੇ ਕਰਨਗੇ, ਸਾਡੇ ਤੋਂ ਤਕੜੇ ਸਾਡਾ 100 ਕਰਨਗੇ, ਅਸੀਂ ਤੁਹਾਡਾ ਕਰਾਂਗੇ, ਸਾਡੇ ਤੋਂ ਤਕੜੇ ਸਾਡਾ ਅਹਿਸਾਸ ਕਰਨਗੇ, 100 ਬੰਦੇ ਕਰਨਗੇ। ਅੱਲਾਹ ਤਾਲਾ ਦਾ ਨਿਜ਼ਾਮ ਆ, ਨਿਜ਼ਾਮ ਕੁਦਰਤ ਆ, ਠੀਕ ਹੈ ਨਾ। ਤੁਸੀਂ ਬੇਫਿਕਰ ਹੋ ਕੇ ਜਾਓ। ਤੁਸੀਂ ਨਾਸ਼ਤਾ ਕੀਤਾ ਦੁਕਾਨ ਤੇ ਸਵੇਰ? ਹਾਂਜੀ ਠੀਕ ਆ, ਤੁਸੀਂ ਹੁਣ ਜਾਓ ਈਜ਼ੀ ਹੋ ਕੇ, ਜਾਂ ਦੁਪਹਿਰ ਨੂੰ ਇੱਥੇ ਰੁਕਣਾ ਤਾਂ ਰੈਸਟ ਕਰੋ ਸਕੂਨ ਨਾਲ, ਉੱਥੋਂ ਖਾਣਾ ਛਾਣਾ ਖਾ ਕੇ ਜਾਓ, ਆਪਣਾ ਮਸ਼ਵਰਾ ਕਰ ਲਓ ਜਾ ਕੇ, ਕੋਈ ਵੱਡੇ ਭਾਈ ਨੇ ਹੈਗੇ ਤੁਹਾਡੇ ਘਰ ਜਾਂ ਜਿਹਦੇ ਨਾਲ ਵੀ ਕਰਨਾ, ਮੇਰਾ ਕੋਈ ਮਾਮਲਾ ਨਹੀਂ ਹੈਗਾ ਜੀ, ਜਾਂ ਆਪਣਾ ਸੋਚ ਲਓ। ਹਾਂਜੀ ਮੈਂ ਫਿਰ ਹੁਣ ਆਪਣੇ ਕਿਸੇ ਦੋਸਤ ਨਾਲ ਮਸ਼ਵਰਾ ਕਰ ਹਾਂ ਸੋਚ ਲਓ, ਜੋ ਤੁਸੀਂ ਬਿਹਤਰ, ਜੋ ਤੁਹਾਨੂੰ ਬਿਹਤਰ ਲੱਗੇ ਸੋਚ ਲਓ। ਅਗਰ ਤਾਂ ਮੇਰਾ ਵੀਰ ਤਰਬੂਜ ਦਾ ਕੰਮ ਕਰਨਾ ਚਾਹੁੰਦਾ ਵੱਡੇ ਲੈਵਲ ਤੇ, ਹਾਂਜੀ ਵੱਡਾ ਤੰਬੂ ਲਾ ਕੇ ਥੱਲੇ ਅੱਡਾ, ਖੁੱਲਾ ਅੱਡਾ ਲਾ ਕੇ, ਪੂਰੇ ਹਰੂਨਾਬਾਦ ਚ ਏਡਾ ਅੱਡਾ ਨਾ ਹੋਵੇ, ਹਾਂਜੀ ਠੀਕ ਆ, ਸਹੀ ਹੈ, ਉਹ ਮੈਂ ਲਵਾ ਦਿੰਦਾ। ਇੰਜ ਕਰਕੇ ਚੁਟਕੀ ਮਾਰ ਕੇ ਕੰਮ ਉਹ ਆਪਣਾ ਤੁਹਾਨੂੰ ਲਵਾ ਦਾਂਗੇ, ਠੀਕ ਆ। ਚਲੋ ਜੀ, ਅਗਰ ਉਹ ਤੁਹਾਡੀ ਸਮਝ ਤੋਂ ਬਾਹਰ ਹੋਵੇ, ਤੁਹਾਡੇ ਮਤਲਬ ਕਿ ਉਹ ਅਪਰੋਚ ਚ ਨਾ ਹੁੰਦਾ ਹੋਵੇ, ਕੰਮ ਤੁਹਾਨੂੰ ਭਾਰਾ ਲੱਗਦਾ ਹੋਵੇ ਆਪਦੀ ਜਾਨ ਤੋਂ, ਫਿਰ ਤੁਸੀਂ ਜਿਹੜਾ ਕਰਦੇ ਪਏ ਹੋ ਇਹਨੂੰ ਹੀ ਜ਼ਰਾ ਅਪਡੇਟ ਕਰਕੇ, ਸਮਝਦੇ ਪਏ, ਜਿਸ ਲੈਵਲ ਤੇ ਹੁਣ ਛੋਟੇ ਲੈਵਲ ਤੇ ਕਰਦੇ ਪਏ ਨਾ, ਇਹਨੂੰ ਜ਼ਰਾ ਕਲੋਜ਼ ਕਰਕੇ ਥੋੜਾ ਜਿਹਾ ਇਹਨੂੰ ਵਧਾ ਕੇ, ਉਸ ਤਰੀਕੇ ਨਾਲ ਕੋਈ ਪਲੈਨਿੰਗ ਕਰਕੇ ਮੇਰੇ ਕੋਲ ਆਇਓ। ਅੱਲਾ ਰੱਖੇਗਾ, ਮਾਲਕ ਦੀ ਰਹਿਮਤ ਦੇ ਨਾਲ ਤੁਹਾਡੀ ਜ਼ੁਬਾਨ ਦੇ ਅਲਫਾਜ਼ ਪੂਰੇ ਹੋਣਗੇ ਇਨਸ਼ਾਅੱਲਾ ਤਾਲਾ, ਠੀਕ ਆ। ਕੋਈ ਮਸਲਾ ਨਹੀਂ ਗਈ, ਠੀਕ ਹੋ ਗਿਆ ਤੇ ਬਾਕੀ ਕੋਈ ਨਹੀਂ, ਚੱਲ ਕੇ ਚਲੋ ਮਸ਼ਵਰਾ ਕਰ ਲੈਣੇ ਆ ਜੀ ਸਵੇਰ ਦੇ ਵਿੱਚ, ਠੀਕ ਆ, ਤੇ ਫਿਰ ਤੁਹਾਨੂੰ ਸ਼ਾਮ ਨੂੰ ਜੇ ਸਵੇਰ ਫਿਰ ਕਾਲ ਕਰ ਦਵਾਂਗਾ ਮੈਂ ਜੀ, ਫਿਰ ਜੋ ਵੀ ਮੁਨਾਸਬ ਲੱਗ ਗਿਆ, ਜਿੱਦਾਂ ਮੁਨਾਸਬ ਆ, ਹਾਂਜੀ ਬਿਹਤਰ ਆ, ਬਿਹਤਰ ਹੋ ਗਿਆ, ਠੀਕ ਆ। ਆਪ ਤੇਰੀ ਜ਼ਾਤ ਨੂੰ ਕੋਈ ਪਰੇਸ਼ਾਨੀ ਨਾ ਆਵੇ, ਤਕਲੀਫ ਚ ਹੋ ਕੇ ਜਾਂ ਜ਼ਿਹਨੀ ਪ੍ਰੈਸ਼ਰ ਦੇ ਵਿੱਚ ਆ ਕੇ ਕੋਈ ਕਾਰੋਬਾਰ ਕਰੋ, ਉਹਦਾ ਮਜ਼ਾ ਨਹੀਂ, ਜ਼ਿੰਦਗੀ ਸਕੂਨ ਨਾਲ ਨੀਂਦ ਨਹੀਂ ਆਉਂਦੀ, ਠੀਕ ਆ। ਟੈਨਸ਼ਨ ਲੈਣ ਤੋਂ ਬਗੈਰ ਹੈਪੀ ਰਹਿ ਕੇ, ਹੈਪੀ ਟੂ ਯੂ ਮਾਹੌਲ ਚ ਰਹਿ ਕੇ ਜਿਹੜਾ ਕੰਮ ਕਰ ਸਕਦਾ, ਉਹ ਆ ਕੇ ਮੈਨੂੰ ਪਰਸੋਂ ਨੂੰ ਦੱਸ ਦੇ। ਕੱਲ ਦਾ ਦਿਨ ਦਾ ਟਾਈਮ, ਅੱਜ ਦਾ ਦਿਨ ਤੇਰੇ ਕੋਲ ਅੱਧਾ ਪਿਆ, ਕੱਲ ਦਾ ਦਿਨ ਵੀ ਆ, ਪਰਸੋਂ ਨੂੰ ਆ ਮੇਰਾ ਵੀਰ, ਜੋ ਅੱਲਾਹ ਤਾਲਾ ਨੇ ਬਿਹਤਰ ਫੈਸਲਾ ਤੇਰੇ ਹੱਕ ਚ ਕੀਤਾ ਹੋਊਗਾ ਨਾ, ਉਹ ਯਾ ਕਬੂਲ ਹੋ ਜਾਊਗਾ। ਜਿਹੜਾ ਤਰਬੂਜ ਦਾ ਕੰਮ ਆ ਨਾ, ਉਹਦੇ ਵਿੱਚੋਂ 2-4 ਦਫਾ ਦਾ ਪ੍ਰੋਫਿਟ ਇਹਦਾ, ਜਿੰਨੇ ਮੇਰੇ ਕੋਲ ਵੈਸੇ ਇਹਨੇ ਮੁਰਗੀ ਵਾਸਤੇ ਪੈਸੇ ਮੰਗੇ ਆ ਨਾ, ਉਹ 2-4 ਦਫਾ ਦੇ ਗੇੜੇ ਦੇ ਵਿੱਚ, ਗੱਡੀ ਦੇ ਵਿੱਚ ਸਮਝਦਾ ਪਿਆ। ਥੋੜਾ ਜਿਹਾ ਆਪਣੇ ਮਾਈਂਡ ਨੂੰ ਵਧਾ ਕਰ, ਥੋੜਾ ਜਿਹਾ ਹੌਸਲਾ ਕਰ, ਸਹੀ ਹੋ ਗਿਆ, ਇਹ ਕਾਰੋਬਾਰ ਚਲਾਓ, ਤੇਰਾ ਇੰਜ ਉਹਦੇ ਪੈਸੇ ਤੈਨੂੰ ਇੰਜ ਆ ਜਾਣੇ, ਸਹੀ ਹੈ, ਸਮਝਦਾ ਪਿਆ ਗੱਲ ਨੂੰ। ਇੱਥੇ ਨਾਲ ਉਹ ਵੀ ਲਾ ਲਈ, ਮੋਰੇ ਅੱਡਾ ਵੀ ਲਾ ਲਈ, ਬਾ ਇੱਥੇ ਨਹੀਂ ਸਮਝਾਉਣੀ ਜੀ, ਤੁਸੀਂ ਇਹਨੂੰ ਤਸੱਲੀ ਨਾਲ ਬਹਿ ਕੇ ਘਰ ਜਾ ਕੇ ਸਮਝਾਈਓ। ਜੇ ਉੱਥੇ ਫਰਜ਼ ਕੀਤਾ ਤਾਂ ਗਾਂ ਥੋੜ ਜੀ। ਹੈਲੋ, ਮੈਂ ਵਾਲਦ ਸਾਹਿਬ ਦੀ ਸੁਣ ਲਵਾਂ, ਉਹ ਆਏ ਹੋਏ ਆ, ਛੋਟਾ ਬਾਈ ਤੇ ਵਾਲਦ ਸਾਹਿਬ, ਤੇ ਤੁਸੀਂ ਤੁਹਾਨੂੰ ਮੈਂ ਵੇਟ ਵੀ ਥੋੜਾ ਜ਼ਿਆਦਾ ਕਰਾ, ਕਿਉਂਕਿ ਆਪਾਂ ਬੱਜਰ ਲਵਾਉਣਾ ਸੀਗਾ, ਕੋਈ ਮਸਲਾ ਨਹੀਂ, ਤੇ ਮਾਜ਼ਰਤ ਉਹਦੀ, ਤੇ ਖਾਣਾ ਛਾਣਾ ਖਾਣ ਤੇ ਦੁਕਾਨ ਤੇ ਪਹੁੰਚ ਜਾਓ, ਨਹੀਂ ਕੋਈ ਨਹੀਂ ਤੇ ਮਸਲਾ, ਤੁਸੀਂ ਤੇ ਫਿਰ ਜਾਓ, ਹਾਫਿਜ਼ ਜੀ ਇਹਨਾਂ ਨੂੰ ਸਾਰੀ ਗੱਲ ਸਮਝਾਣਾ, ਥੋੜਾ ਜ਼ਿਹਨ ਵੱਡਾ ਕਰਨਗੇ ਤੇ ਇਨਸ਼ਾਅੱਲਾ ਤਾਲਾ ਮੇਰੀ ਗੱਲ ਸਮਝਣ ਇਹਨਾਂ ਨੂੰ। ਹਾਂ ਤੁਸੀਂ ਇਹਦੇ ਵਿੱਚ ਜਿੰਨੀ ਇਹਦੀ ਹੈਲਪ ਕਰ ਸਕੋਗੇ ਨਾ, ਉਹ ਕਰਨੀ ਆ। ਇਹਨਾਂ ਦੀ ਖਿਦਮਤ ਕਰਨ ਕਿ ਉਹਨਾਂ ਤੁਹਾਨੂੰ ਇਨਸ਼ਾਅੱਲਾ ਮੈਂ ਨਾ ਇਹਨਾਂ ਨਾਲ ਦੀਆਂ ਕਾਮਯਾਬੀ, ਮੈਂ ਬਹੁਤ ਦਿਲੀ ਤੌਰ ਤੇ, ਤੁਸੀਂ ਕਹਿ ਰਹੇ ਜੋ ਦੋਸਤ ਵੈਲਕਮ ਕਰ, ਮੈਂ ਦਿਲੀ ਤੌਰ ਤੇ ਵੀ ਬਹੁਤ ਬੜੀ ਮਿਹਰਬਾਨੀ ਜੀ। ਮੈਂ ਅੱਲਾਹ ਪਾਕ ਜੋ ਕਬੂਲ ਹੋਇਆ, ਰੱਬ ਨੂੰ ਮਨਜ਼ੂਰ ਹੋਇਆ, ਠੀਕ ਹੈ ਜੀ। ਉਹ ਜਾਨਵਰ ਦੀ ਕਾਇ ਇਨਸਾਨ ਦੀ ਸਭ ਤੋਂ ਅਸ਼ਰਫ ਆ, ਉਹ ਮੈਂ ਕਿਹਾ ਉਹਨੂੰ ਉਂਝ ਬਣਾ ਦੇ। ਹਾਂਜੀ ਬਸ ਹੁਣ ਲੁੱਕ ਦਾ ਡਰਮ ਲਗਾਓ, ਇੱਕ ਆਉਂਦਾ 2 ਇਹਦੇ ਉੱਤੇ ਲੁੱਕ ਮਾਰਨੀ, ਪਹਿਲਾਂ ਪੂਰਾ ਹੋ ਲਵੇ ਹਾਂ ਜਿਹੜਾ ਕਰਕੇ ਰਹਿ ਗਿਆ। ਪੂਰੀਆਂ ਕਰਕੇ ਹਾਂਜੀ ਲੁੱਕ ਮਾਰ ਕੇ ਉਹਦੇ ਛਾਪਰ ਪਾ ਕੇ ਉਹਦੇ ਉੱਤੇ ਪਾਣੀ ਚਲਾ, ਬਸ ਉਹਦੇ ਉੱਤੇ ਫਿਰ ਲੈਂਟਰ ਭਰ ਹੋਏ, ਠੀਕ ਹੈ। ਤੇ ਹੁਣ ਪਾਣੀ ਇੱਕ ਵਾਰੀ ਮਾਰਦੇ ਇਹ ਕੱਲ ਲਾ ਕੇ ਗਿਆ ਸੀ 1.5 ਘੰਟਾ ਪਾਣੀ ਵਾਵਾ, ਹੁਣ ਫੇਰ ਆਹ ਦੇਖੋ ਆ ਗਈ ਪਾਣੀ ਵਾਲੀ ਟੈਂਕੀ। ਪੈਪ ਲਾਓ, ਮੈਂ ਲਾ ਦਿੰਦਾ। ਨਹੀਂ ਮੈਂ ਲਾਉਣਾ ਪੈਪ, ਕੋਈ ਗੱਲ ਨਹੀਂ। ਕੋਈ ਨਹੀਂ ਪੁੱਤ, ਮੈਂ ਵੀ ਬੈਠਾ ਹੀ ਆ ਨਾ, ਮੈਂ ਲਾ ਦਿੰਦਾ ਪੈਪ। ਲਾਓ ਕਿੱਥੇ ਬਾਈ ਜੀ, ਤੁਸੀਂ ਸਾਰੇ ਵੀ ਮੇਰੇ ਫੈਨ ਆ, ਤੇ ਆਹ ਵੀ ਮੇਰਾ ਵੀਰ ਫੈਨ ਆ। ਓਕੇ ਅਬਦੁਰਮਾਨ ਬਾਈ, ਹਾਂਜੀ ਠੀਕ ਹੋ ਗਿਆ, ਠੀਕ ਹੈ, ਅੱਲਾ ਦੇ ਹਵਾਲੇ ਜੀ, ਕੋਈ ਮਸਲਾ ਨਹੀਂ। ਸ਼ਾਮ ਨੂੰ ਤੁਹਾਨੂੰ ਜੇ ਸਵੇਰ ਕਾਲ ਕਰਕੇ ਫਿਰ ਜੋ ਸੂਰਤ ਹਾਲ ਹੋਈ ਤੁਹਾਡੇ ਸਾਹਮਣੇ ਕਰ ਦਿੰਦੇ। ਠੀਕ ਹੋ ਗਿਆ ਵੀਰੇ, ਓਕੇ। ਤੇ ਬਾਕੀ ਫਿਰ ਤੁਹਾਨੂੰ ਕਾਲ ਰਾਬਤਾ ਕਰਕੇ ਫਿਰ ਆ ਜਾਂਦੇ ਹਾਂ ਜੀ, ਕੱਲ ਜਾਂ ਪਰਸੋਂ, ਠੀਕ ਹੋ ਗਿਆ ਹੈ ਕੱਲ ਜਾਂ ਪਰਸੋਂ ਫਿਰ ਤੁਹਾਨੂੰ ਕਾਲ ਰਾਬਤਾ ਕਰਕੇ ਆ ਜਾਵਾਂਗੇ ਇਨਸ਼ਾਅੱਲਾ। ਠੀਕ ਹੋ ਗਿਆ ਮੇਰੀ ਜਾਨ। ਹਾਂਜੀ, ਅੱਲਾਹ ਪਾਕ ਦਾ ਹੁਕਮ ਆ, ਜੋ ਤੇਰੇ ਨਾਲ ਜ਼ਿੰਦਗੀ ਦੇ ਵਿੱਚ ਹੋਇਆ, ਬੇਸ਼ੱਕ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਹਾਂਜੀ ਉਹਦੇ ਚ ਲੇਕਿਨ ਜੋ ਅਸੀਂ ਕਰ ਸਕਦੇ ਆ, ਉਹਦੇ ਚ ਹੁਣ ਅਸੀਂ ਕਸਰ ਨਹੀਂ ਛੱਡਾਂਗੇ ਇਨਸ਼ਾਅੱਲਾ। ਬਸ ਇਹ ਸਮਾਂ ਭਾਈ ਤੁਹਾਡੀ ਮਿਹਰਬਾਨੀ, ਯਕੀਨ ਕਰੋ ਮੇਰੀ ਜ਼ਿੰਦਗੀ ਥੋੜੀ ਆਸਾਨ ਆ ਜਾਏਗੀ, ਔਰ ਮੈਨੂੰ ਥੋੜਾ ਸਕੂਨ ਆਰਾਮ ਮਿਲ ਜਾਏਗਾ। ਬਾਕੀ ਜ਼ਿੰਦਗੀ ਮੈਨੂੰ ਆਸਾਨ ਨਾਲ ਜਿਹੜੀ ਗੁਜ਼ਾਰਨਾ ਆਸਾਨ ਹੋ ਜਾਏਗੀ ਇਨਸ਼ਾਅੱਲਾ। ਹਾਂਜੀ, ਵਕਤੀ ਮੈਨੂੰ ਨਾ ਬਹੁਤ ਜ਼ਿਆਦਾ ਮਾਮਲਾਤ ਹੈ, ਨਹੀਂ ਪਰੇਸ਼ਾਨੀ ਨਹੀਂ ਲੈਣੀ। ਬਾਕੀ ਇਨਸ਼ਾਅੱਲਾ ਕੋਈ ਨਹੀਂ, ਜਿਹੜਾ ਤੁਸੀਂ ਮਸ਼ਵਰਾ ਦਿੱਤਾ ਇਹਦੇ
ਇਹਦੇ ਵਾਸਤੇ ਹੀ ਮੈਂ ਕੋਈ ਆਪਣਾ ਕੋਈ ਇੱਕ ਦੋ ਦੋਸਤ ਸਿਲੈਕਟ ਕਰਨਾ ਵਾ, ਅਗਰ ਮੇਰੇ ਨਾਲ ਚੱਲਦੇ ਹੋਏ ਸਹੀ ਤਰੀਕੇ ਹਾਂ ਨਾਲ ਬਿਲਕੁਲ, ਤੇ ਤੇਰੀ ਫਿਰ ਕੋਈ ਇਹ- ਚੈਨ ਬਣਦੀ ਹੋਈ। ਹਾਂਜੀ, ਤੇ ਫਿਰ ਆਪਾਂ ਇਹ ਫਰੂਟ ਦਾ ਹੀ ਕਰ ਲਵਾਂਗੇ ਜੀ। ਠੀਕ ਸਹੀ ਹੋ ਗਿਆ, ਨਾ ਜੀ? ਠੀਕ ਹੋ ਗਿਆ। ਹਾਂਜੀ, ਅੱਲਾਹ ਲੋ ਬਾਈ ਜੀ ਡਨ ਹੋ ਗਈ ਆ। ਇਹ ਵੀਰ ਅਬਦੁਰ ਰਹਿਮਾਨ ਹਰੂਨਾਬਾਦ ਤੋਂ ਮੇਰੇ ਕੋਲ ਆਇਆ, ਅੱਖਾਂ ਤੋਂ ਨਬੀਨਾ ਮੇਰਾ ਫੈਨ ਆ, ਕੱਲੀ ਮੇਰੀ ਵੀਡੀਓ ਸੁਣਦਾ ਆ। ਹਾਂਜੀ। ਰਾਤ ਨੂੰ ਇਸ਼ਾ ਦੀ ਨਮਾਜ਼ ਤੋਂ ਬਾਅਦ ਕਹਿੰਦਾ ਮੇਰੇ ਦੋਸਤ ਆ ਕੇ ਮੇਰੇ ਕੋਲ ਬਹਿ ਜਾਂਦੇ ਆ, ਉਹਨਾਂ ਨੂੰ ਮੈਂ ਕਹਿਣਾ ਵੀ ਸਾਮਾ ਬਾਈ ਦੀ ਵੀਡੀਓ ਮੈਨੂੰ ਸੁਣਾ ਦਿਓ, ਅੱਜ ਵਾਲੀ ਜਿਹੜੀ ਨਵੀਂ ਪਾਈ ਆ। ਮੇਰਾ ਦਿਲ ਖੁਦਾ ਦੀ ਕਸਮੇ ਬਾਗ ਹੋ ਗਿਆ ਇਹ ਗੱਲ ਸੁਣ ਕੇ। ਹੁਣ ਬਾਈ ਨੂੰ ਥੋੜੀ ਜੀ ਪਰੇਸ਼ਾਨੀ, ਥੋੜੀ ਜੀ ਨਹੀਂ ਬਾਹਲੀ ਜ਼ਿਆਦਾ ਪਰੇਸ਼ਾਨੀ ਆਪਣੀ ਜ਼ਿੰਦਗੀ 'ਚ, ਉਹਦੇ ਬਹੁਤ ਜ਼ਿਆਦਾ ਕਹਿ ਲੋ ਕਿ ਮਾਮਲਾਤ ਰੁਕੇ ਹੋਏ ਆ। ਕਾਰੋਬਾਰ ਦੀ ਵੀ ਟੈਨਸ਼ਨ ਆ, ਕਿਉਂਕਿ ਅੱਖਾਂ ਦੀ ਬਣਾਈ ਹੈ ਨਹੀਂਗੀ, ਮੁਰਗੀ ਦਾ ਕਾਰੀਗਰ ਆ, ਉਸ ਤੋਂ ਇਲਾਵਾ ਮਤਲਬ ਇਹ ਕੁਝ ਨਹੀਂ ਕਰ ਸਕਦਾ ਸੀਗਾ। ਉਹ ਵੀ ਥੋੜੇ ਜਿਹੇ ਲੈਵਲ ਤੇ, ਛੋਟੇ ਲੈਵਲ ਤੇ ਕੀਤਾ ਹੋਇਆ, ਕਿਸੇ ਦੋਸਤ ਨੇ, ਵੀਰ ਨੇ ਕਰਾਇਆ ਸੀਗਾ। ਮੈਂ ਹੁਣ ਬਾਈ ਨੂੰ ਸੱਦਿਆ, ਸੱਦ ਕੇ ਮੈਂ ਇਹਨਾਂ ਨੂੰ ਆਫਰ ਕੀਤੀ ਆ ਤਰਬੂਜ਼ ਦਾ ਕੰਮ ਕਰਾਉਣ ਦੀ, ਫਰੂਟ ਦਾ ਕੰਮ ਕਰਾਉਣ ਦੀ। ਇਹਨਾਂ ਨੂੰ ਮੈਂ ਕਿਹਾ ਜਾ ਕੇ ਕਿਸੇ ਆਪਣੇ ਯਾਰ ਦੋਸਤ ਨਾਲ ਮਸ਼ਵਰਾ ਕਰ ਲਓ। ਇਹ ਵੀ ਬਜ਼ੁਰਗ ਆਏ ਵੀ ਇਹਨਾਂ ਦੇ ਦੋਸਤ ਆ, ਤੇ ਇਹਨਾਂ ਦੀ ਆਪ ਦੀ ਪੈਲੀ ਆ 5 ਕਿੱਲੇ, ਉਹ ਵਾਹੀ ਕਰਦੇ ਆ, ਨਾਲ ਬੱਚਿਆਂ ਆਪਣੇ ਨੂੰ ਪੜਾਉਂਦੇ ਆ ਦਰਸਤੇ ਵਿੱਚ ਕਾਰੀ ਸਾਹਿਬ। ਤੇ ਹੋ ਸਕੇ ਇਹ ਇਹਨਾਂ ਦੇ ਨਾਲ ਹੋ ਸਕੇ ਤਾਂ ਤੁਸੀਂ ਵੀ ਇਹਦੇ ਵਿੱਚ ਦੇਖਣਾ, ਜਾਂ ਕੋਈ ਜੋ ਵੀ ਲਾਇਮਲ ਹੋ ਸਕਾ, ਅੱਛਾ ਮਾਮਲਾ ਬਣ ਸਕਿਆ ਉਹ ਬਣਾਉਣਾ। ਤੇ 2 ਦਿਨ ਦਾ ਭਾਈ ਉਹਨਾਂ ਨੂੰ ਮੈਂ ਟਾਈਮ ਦਿੱਤਾ, ਆ ਕੇ ਪਰਸੋਂ ਨੂੰ ਜਿਹੜੀ ਇਹ ਗੱਲ ਕਰਨਗੇ ਆਪਾਂ ਇਹਨਾਂ ਦੀ ਪੂਰੀ ਕਰਾਂਗੇ इंशाल्लाह। ਅੱਲਾ ਦੇ ਹਵਾਲੇ ਜੀ। ठीक होगा जी, अल्लाह दे हवाले, मेहरबानी जी सब। ਜਜ਼ਾਕ ਅੱਲਾ ਜੀ। ਆਪਣਾ ਇੱਥੇ ਬਾਈ ਜੀ ਕੋਲਡ ਸਟੋਰ ਦਾ ਕੰਮ ਚੱਲ ਰਿਹਾ, ਉਹ ਬਿਲਡਿੰਗ ਬਣ ਰਹੀ ਆ, ਇਹਦੀ ਅਪਡੇਟ ਤੁਹਾਨੂੰ ਕਰਾਂਗਾ ਫਿਰ ਕਿਸ ਦਿਨ। ਓਕੇ।